ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BSc ਭਾਗ ਦੂਸਰਾ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਕਾਵਿ ਲਹਿਰਾਂ, ਜੋ ਕਿ ਇੱਕ ਲੰਮੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਹਿ ਹੈ, ਜਿਸ ਦੇ ਮੁੱਖ ਸੰਪਾਦਕ ਡਾਕਟਰ ਲਖਵੀਰ ਸਿੰਘ ਅਤੇ ਸਹਾਇਕ ਸੰਪਾਦਕ ਡਾਕਟਰ ਜਸਵਿੰਦਰ ਸਿੰਘ ਤੇ ਡਾਕਟਰ ਇੰਦਰਜੀਤ ਸਿੰਘ ਚੀਮਾ ਹਨ। ਇਸ ਪਾਠ ਪੁਸਤਕ ਦੇ ਵਿੱਚ ਸੰਪਾਦਕਾਂ ਨੇ ਆਧੁਨਿਕ ਪੰਜਾਬੀ ਸਾਹਿਤ ਨਾਲ ਸੰਬੰਧਿਤ ਪ੍ਰਮੁੱਖ ਕਵੀਆਂ ਦੀਆਂ ਪ੍ਰਤਿਨਿਧ ਕਾਵਿ ਰਚਨਾਵਾਂ ਨੂੰ ਸ਼ਾਮਲ ਕੀਤਾ। ਇਹਨਾਂ ਦੇ ਵਿੱਚ ਸ਼ਾਮਲ ਕੀਤੇ ਗਏ ਭਾਈ ਵੀਰ ਸਿੰਘ ਦੀ ਕਵਿਤਾ, ਉਸ ਨੂੰ ਵੀ ਸ਼ਾਮਲ ਕੀਤਾ ਗਿਆ। ਭਾਈ ਵੀਰ ਸਿੰਘ ਦੀ ਕਵਿਤਾ ਦਾ ਨਾਂ ਅਟਕ ਹੈ। ਅੱਜ ਆਪਾਂ ਇਸ ਲੈਕਚਰ ਦੇ ਵਿੱਚ ਭਾਈ ਵੀਰ ਸਿੰਘ ਦੇ ਜੀਵਨ ਵੇਰਵੇ ਦੀ ਗੱਲ ਕਰਾਂਗੇ, ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਉਹਦੀ ਚਰਚਾ ਕਰਾਂਗੇ। ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਦਾ ਕੀ ਸਥਾਨ ਹੈ, ਉਹਦਾ ਜ਼ਿਕਰ ਕਰਾਂਗੇ ਅਤੇ ਨਾਲ ਹੀ ਉਹਨਾਂ ਦੀ ਇਸ ਕਵਿਤਾ ਅਟਕ ਬਾਰੇ ਵਿਚਾਰ ਚਰਚਾ ਕਰਾਂਗੇ, ਉਹਨਾਂ ਦੇ ਸਰਲ ਅਰਥ ਕਰਾਂਗੇ ਅਤੇ ਇਸ ਕਵਿਤਾ ਦੇ ਵਿੱਚੋਂ ਪੈਦਾ ਹੋਣ ਵਾਲੇ ਪ੍ਰਸ਼ਨਾਂ ਦੀ ਵੀ ਗੱਲ ਆਪਾਂ ਕਰਾਂਗੇ। ਵਿਦਿਆਰਥੀਓ, ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦਾ ਜਾਣਿਆ ਪਹਿਚਾਣਿਆ ਚਿਹਰਾ ਹੈ, ਕਿਉਂਕਿ ਆਧੁਨਿਕ ਪੰਜਾਬੀ ਕਵਿਤਾ ਦਾ ਆਰੰਭ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਨਾਲ ਹੁੰਦਾ ਹੈ। ਵੈਸੇ ਤਾਂ ਪੰਜਾਬੀ ਸਾਹਿਤ ਨੂੰ ਮੱਧਕਾਲ ਦੇ ਵਿੱਚੋਂ ਕੱਢ ਕੇ ਆਧੁਨਿਕ ਕਾਲ ਨਾਲ ਜੋੜਨ ਦਾ ਜਿਹੜਾ ਸੰਪੂਰਨ ਕਾਰਜ ਉਹ ਭਾਈ ਵੀਰ ਸਿੰਘ ਦਾ ਹੀ ਹੈ। ਭਾਈ ਵੀਰ ਸਿੰਘ ਨੇ ਹਰ ਇੱਕ ਸਾਹਿਤਕ ਵਿਧਾ ਉੱਪਰ ਆਪਣੀ ਕਲਮ ਚਲਾਈ ਹੈ। ਪੰਜਾਬੀ ਨਾਵਲ, ਪੰਜਾਬੀ ਕਵਿਤਾ, ਵਾਰਤਕ, ਇਹਨਾਂ ਸਾਰੇ ਖੇਤਰਾਂ ਦੇ ਵਿੱਚ ਭਾਈ ਵੀਰ ਸਿੰਘ ਦਾ ਆਪਣਾ ਸਥਾਨ ਹੈ। ਭਾਈ ਵੀਰ ਸਿੰਘ ਦਾ ਜਨਮ 1872 ਈਸਵੀ ਦੇ ਵਿੱਚ ਹੋਇਆ ਸੀ ਅਤੇ ਉਹ 1957 ਈਸਵੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀ। ਆਪਾਂ ਹੁਣ ਇਹਨਾਂ ਦੇ ਜੀਵਨ ਵੇਰਵੇ ਦੀ ਗੱਲ ਕਰਦੇ ਹਾਂ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਮੰਨਿਆ ਜਾਂਦਾ। ਬਿਲਕੁਲ ਜਿਹੜੀ ਆਪਾਂ ਗੱਲ ਕਰਕੇ ਹਟੇ ਹਾਂ ਕਿ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਵੀ ਭਾਈ ਵੀਰ ਸਿੰਘ ਹੈ। ਉਹਨਾਂ ਦਾ ਜਨਮ ਦੀਵਾਨ ਕੌੜਾ ਮੱਲ ਦੇ ਵੰਸ਼ ਵਿੱਚ ਡਾਕਟਰ ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿਖੇ 1872 ਈਸਵੀ ਨੂੰ ਹੋਇਆ ਸੀ। ਉਹਨਾਂ ਨੇ ਆਧੁਨਿਕ ਪੰਜਾਬੀ ਕਵਿਤਾ ਦਾ ਆਗਾਜ਼ ਕੀਤਾ। ਆਧੁਨਿਕ ਪੰਜਾਬੀ ਕਵਿਤਾ ਦਾ ਆਰੰਭ ਭਾਈ ਵੀਰ ਸਿੰਘ ਦੀਆਂ ਕਾਵਿ ਰਚਨਾਵਾਂ ਦੇ ਨਾਲ ਹੋਇਆ। ਕਵਿਤਾ ਤੋਂ ਇਲਾਵਾ ਨਾਵਲ, ਨਾਟਕ, ਵਾਰਤਕ, ਟੀਕਾਕਾਰੀ ਅਤੇ ਸੰਪਾਦਨਾ ਦੇ ਖੇਤਰ ਵਿੱਚ ਉਹਨਾਂ ਦਾ ਮਹੱਤਵਪੂਰਨ ਕੰਮ ਹੈ। ਇਹਨਾਂ ਖੇਤਰਾਂ ਦੇ ਵਿੱਚ ਵੀ ਉਹਨਾਂ ਨੇ ਕਲਮ ਚਲਾਈ ਹੈ ਔਰ ਸਫਲਤਾਪੂਰਵਕ ਚਲਾਈ ਹੈ। ਵਿਦਿਆਰਥੀਓ, ਟੀਕਾਕਾਰੀ ਹੁੰਦੀ ਹੈਗੀ ਹੈ ਕਿਸੇ ਪਾਠ ਪੁਸਤਕ ਦੇ ਸਰਲ ਅਰਥ ਕਰਨੇ, ਕਿਸੇ ਜਿਵੇਂ ਗੁਰਬਾਣੀ ਦੇ ਸਰਲ ਅਰਥ ਕਰਨੇ, ਕਿਸੇ ਰਚਨਾ ਦੇ ਸਰਲ ਅਰਥ ਕਰਨੇ, ਉਹਨੂੰ ਟੀਕਾਕਾਰੀ ਕਿਹਾ ਜਾਂਦਾ। ਤੇ ਭਾਈ ਵੀਰ ਸਿੰਘ ਨੇ ਗੁਰਬਾਣੀ ਦੇ ਉੱਪਰ ਬਹੁਤ ਟੀਕਾਕਾਰੀ ਕੀਤੀ ਹੈ। ਬਹੁਤ ਸਾਰੀਆਂ ਰਚਨਾਵਾਂ ਉਹਨਾਂ ਦੀਆਂ ਮਿਲਦੀਆਂ, ਸਰਲ ਅਰਥ ਮਿਲਦੇ ਆ। ਉਹਨਾਂ ਦੀਆਂ ਕਾਵਿ ਪੁਸਤਕਾਂ ਵਿੱਚ ਜਿਹੜੀਆਂ ਕਾਵਿ ਪੁਸਤਕਾਂ ਸ਼ਾਮਲ ਹੈਗੀਆਂ, ਜਿਹੜੀਆਂ ਉਹਨਾਂ ਨੇ ਕਾਵਿ ਪੁਸਤਕਾਂ ਲਿਖੀਆਂ ਪੰਜਾਬੀ ਦੇ ਵਿੱਚ, ਉਹਨਾਂ ਦੇ ਵਿੱਚ ਨਨਾਣ ਭਰਜਾਈ ਦੀ ਸਿੱਖਿਆਦਾਇਕ ਵਾਰਤਾਲਾਪ, ਇਹ 1899 ਈਸਵੀ ਵਿੱਚ ਸੀਗੀ, ਪਰ ਰਾਣਾ ਸੂਰਤ ਸਿੰਘ 1904 ਈਸਵੀ ਦੇ ਵਿੱਚ। ਜਿਹੜੀ ਉਹਨਾਂ ਦੀ ਪਹਿਲੀ ਕਾਵਿ ਸੰਗ੍ਰਹਿ ਸੀਗੀ ਲਹਿਰਾਂ ਦੇ ਹਾਰ, ਉੱਥੋਂ ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢ ਮੰਨਿਆ ਜਾਂਦਾ 1921 ਈਸਵੀ ਦੇ ਵਿੱਚ। ਮਟਕ ਖਲਾਰੇ 1922 ਈਸਵੀ ਦੇ ਵਿੱਚ। ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ 1929, ਕੰਬ ਦੀ ਕਲਾਈ 1933, ਲਹਿਰ ਹੁਲਾਰੇ 1951, 12 ਮਾਹ ਕੰਤ ਮਹੇਲੀ 1952, ਮੇਰੇ ਸਾਈਆਂ ਜੀਓ 1953 ਈਸਵੀ ਦੇ ਵਿੱਚ ਉਸ ਦੀਆਂ ਚੋਣਵੀਆਂ ਕਵਿਤਾਵਾਂ ਦੇ ਸੰਗ੍ਰਹਿ ਇਹ ਛਪੇ ਸੀਗੇ। ਵਿਦਿਆਰਥੀਓ, ਜਿਹੜੀ ਮੇਰੇ ਸਾਈਆਂ ਜੋ ਕਾਵਿ ਸੰਗ੍ਰਹਿ ਹੈ, ਇਹਦੇ ਉੱਤੇ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਨਾਮ ਮਿਲਿਆ। ਜਿਵੇਂ ਤੁਹਾਨੂੰ ਪਹਿਲਾਂ ਦੱਸਦੇ ਹੁੰਦੇ ਸੀ ਕਲਾਸ ਦੇ ਵਿੱਚ ਕਿ ਸਾਹਿਤ ਅਕਾਦਮੀ ਭਾਰਤ ਸਰਕਾਰ ਦੀ ਹੈ ਸੰਸਥਾ ਹੈ, ਜਿਹੜੀ ਕਿਸੇ ਵੀ ਭਾਸ਼ਾ ਦੀ 1 ਸਾਲ ਦੀ ਸਰਵੋਤਮ ਕਿਤਾਬ ਨੂੰ ਚੁਣ ਕੇ ਉਹਨੂੰ ਇਨਾਮ ਦਿੰਦੀ ਹੈ, ਪ੍ਰਾਈਜ਼ ਦਿੰਦੀ ਹੈ। ਭਾਰਤ ਦੀਆਂ ਜਿੰਨੀਆਂ ਵੀ ਰਜਿਸਟਰਡ ਭਾਸ਼ਾਵਾਂ ਹੈਗੀਆਂ ਉਹਨਾਂ ਦੇ ਵਿੱਚ ਇਹ ਇਨਾਮ ਦਿੱਤੇ ਜਾਂਦੇ ਆ। ਪੰਜਾਬੀ ਦੇ ਵਿੱਚ 1953 ਈਸਵੀ ਦੇ ਵਿੱਚ ਮੇਰੇ ਸਾਈਆਂ ਜੀਓ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਸੀ। ਵਿਦਿਆਰਥੀਓ, ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਦਾ
ਜਿਹੜਾ ਨਾਂ ਹੈਗਾ ਜਾਂ ਸਥਾਨ ਹੈਗਾ ਉਹ ਬਹੁਤ ਉੱਚਾ ਹੈ। ਅਧਿਆਤਮਿਕ ਰਹੱਸਵਾਦੀ ਅਨੁਭਵ ਉਸ ਦੀ ਮੁੱਖ ਅਨੁਭਵ ਖੇਤਰ ਹੈ। ਅਧਿਆਤਮਵਾਦ, ਰਹੱਸਵਾਦ ਇਹ ਅਸਲ ਦੇ ਵਿੱਚ ਮੱਧਕਾਲੀ ਕਵਿਤਾ ਦੇ ਮੁੱਖ ਸਰੋਕਾਰ ਸੀਗੇ, ਔਰ ਗੁਰਬਾਣੀ ਦੇ ਵਿੱਚ ਤੇ ਸੂਫੀ ਸਾਹਿਤ ਦੇ ਵਿੱਚ ਇਹਨਾਂ ਦੀ ਬਹੁਤ ਚਰਚਾ ਹੁੰਦੀ ਰਹੀ ਹੈ। ਰੱਬ ਦੀ ਗੱਲ ਕੀਤੀ ਹੈ, ਰੱਬ ਨੂੰ ਪਾਉਣ ਦੀ ਗੱਲ ਕੀਤੀ ਹੈ, ਪਰਮਾਤਮਾ ਦੀ ਵਿਆਖਿਆ ਕੀਤੀ ਹੈ। ਉਹ ਸਾਰੇ ਅਨੁਭਵ ਨੂੰ ਇਸ ਖੇਤਰ ਦੇ ਵਿੱਚ ਰੱਖਿਆ ਜਾਂਦਾ ਹੈ। ਭਾਈ ਵੀਰ ਸਿੰਘ ਉੱਪਰ ਮੁੱਖ ਤੌਰ ਤੇ ਗੁਰਮਤਿ ਪਰੰਪਰਾ ਦਾ ਪ੍ਰਭਾਵ ਸੀਗਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੋਣੀ। ਉਸਦੀ ਨਿੱਕੀ ਕਵਿਤਾ ਵਧੇਰੇ ਸੂਖਮ, ਨਿੱਕੇ ਨਿੱਕੇ ਪਰ ਮੂਲ ਇਨਸਾਨੀ ਵਿਚਾਰਾਂ ਨੂੰ ਪੇਸ਼ ਕਰਨ ਵਾਲੀ ਹੈ। ਜਿਹੜੀ ਉਹਦੀ ਕਵਿਤਾ ਹੈਗੀ ਹੈ, ਉਹਦਾ ਜਿਹੜਾ ਮੁੱਖ ਥੀਮ ਹੈ ਜਾਂ ਉਹਦਾ ਵਿਚਾਰ ਹੈ, ਉਹ ਇਸ ਤਰ੍ਹਾਂ ਹੀ ਹੈ। ਭਾਈ ਵੀਰ ਸਿੰਘ ਦਾ ਦੂਸਰਾ ਵਿਸ਼ਾ ਪ੍ਰਕਿਰਤੀ ਚਿਤਰਨ ਜਾਂ ਕੁਦਰਤ ਦੀ ਸੁੰਦਰਤਾ ਦਾ ਵਰਣਨ ਕਰਨਾ। ਉਹ ਕੁਦਰਤੀ ਸੁੰਦਰਤਾ ਦਾ ਵਰਣਨ ਕਰਦੇ ਆ, ਪ੍ਰਕਿਰਤੀ ਚਿਤਰਨ ਕਰਦੇ ਆ। ਇਹ ਉਹਨਾਂ ਦਾ ਕਵਿਤਾ ਦਾ ਦੂਸਰਾ ਜਿਹੜਾ ਉਹ ਵਿਸ਼ਾ ਹੈ। ਭਾਈ ਵੀਰ ਸਿੰਘ ਕੁਦਰਤ ਪਿੱਛੇ ਕਾਦਰ ਨੂੰ ਮਹਿਸੂਸ ਕਰਦੇ ਆ। ਕੁਦਰਤ ਦੇ ਵਿੱਚ ਉਹ ਕਾਦਰ ਨੂੰ ਦੇਖਦੇ ਆ, ਪਰਮਾਤਮਾ ਨੂੰ ਦੇਖਦੇ ਆ, ਰੱਬ ਨੂੰ ਦੇਖਦੇ ਆ। ਉਹ ਪ੍ਰਕਿਰਤੀ ਦਾ ਅਧਿਆਤਮੀਕਰਨ ਕਰਦੇ ਨੇ। ਅਧਿਆਤਮਿਕਰਨ ਹੁੰਦਾ ਹੈਗਾ ਵੀ ਉਹਦੇ ਵਿੱਚ ਵੀ ਰੱਬ ਨੂੰ ਲੱਭਦੇ ਆ। ਸੂਖਮ ਰਹੱਸਵਾਦੀ ਅਨੁਭਵ ਨੂੰ ਅਛੂਤੇ ਇੰਦਰਿਆਈ ਅਹਿਸਾਸਾਂ ਨਾਲ ਉਤਪੋਤ ਕਰਕੇ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟਾਉਣਾ ਉਸ ਦੀ ਵੱਡੀ ਕਾਵ ਸਮਰੱਥਾ ਦਾ ਪ੍ਰਮਾਣ ਹੈ। ਸੋਹਜ, ਸੰਜਮ ਤੇ ਮਨ ਟੁੰਬਵਾਂ ਅਹਿਸਾਸ ਉਸ ਦੀ ਪ੍ਰਾਪਤੀ ਹੈ। ਉਸਨੇ ਮਾਨਵੀ ਸਮਾਜ ਜੀਵਨ ਅਨੁਭਵਾਂ ਨੂੰ ਸਦੀਵੀ ਸਦਾਚਾਰਕ ਗੁਣਾਂ ਦੀ ਪੁੱਠ ਚਾੜ ਕੇ ਬੇਹੱਦ ਸੂਖਮਤਾ ਦੇ ਨਾਲ ਪ੍ਰਗਟਾਇਆ। ਭਾਵਾਂ ਦੀ ਸੂਖਮ ਬਿਆਨੀ ਦਾ ਉਹ ਉਸਤਾਦ ਕਵੀ ਹੈ। ਇਤਿਹਾਸ, ਸਭਿਅਤਾ ਤੇ ਪ੍ਰਕਿਰਤੀ ਦੇ ਨਾਲ ਨਾਲ ਸਮਕਾਲੀ ਜੀਵਨ ਦੇ ਅਹਿਮ ਮਸਲੇ ਉਸ ਦੀ ਕਾਵ ਸੰਵੇਦਨਾ ਦਾ ਮੁੱਖ ਸਰੋਕਾਰ ਬਣੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਆਨਰੇਰੀ ਡਿਗਰੀ ਪ੍ਰਾਪਤ ਉਹਨਾਂ ਨੂੰ ਹੋਈ ਹੈ। ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਉਹਨਾਂ ਨੂੰ ਪ੍ਰਦਾਨ ਕੀਤੀ ਸੀ। 1952 ਈਸਵੀ ਦੇ ਵਿੱਚ ਪੰਜਾਬ ਵਿਧਾਨ ਪਰਿਸ਼ਦ ਦੇ ਮੈਂਬਰ ਨਾਮਜ਼ਦ ਹੋਏ ਸੀਗੇ। 1956 ਈਸਵੀ ਦੇ ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਹ ਉਹਨਾਂ ਦੇ ਸਾਰੇ ਇਨਾਮ ਸ਼ਨਾਮ ਜਿਹੜੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਪ੍ਰਾਪਤ ਕੀਤੇ ਉਹ ਹੈ। 10 ਜੂਨ 1957 ਈਸਵੀ ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰਲੋਕ ਸਿਧਾਰ ਗਏ। ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਹੀ ਨਹੀਂ, ਪ੍ਰਮੁੱਖ ਸ਼ਾਇਰ ਵੀ ਮੰਨਿਆ ਜਾਂਦਾ ਹੈ। ਮਹਾਕਾਵ, ਰਵਾਈ, ਗੀਤ, ਤੁਕਾਂਤਕ ਤੇ ਗੈਰ ਤੁਕਾਂਤਕ ਬਿਰਤਾਂਤ ਕਾਵ ਲਿਖ ਕੇ ਉਸਨੇ ਪੰਜਾਬੀ ਕਾਵ ਨੂੰ ਅਮੀਰ ਬਣਾਇਆ। ਉਸਦੇ ਕਾਵ ਚਿੰਨ੍ਹ, ਅਲੰਕਾਰ, ਪ੍ਰਤੀਕ ਤੇ ਬਿੰਬ ਤਾਜ਼ਾ ਤੇ ਬਹੁ ਭਾਵੀ ਹਨ। ਕਾਵ ਭਾਸ਼ਾ ਵਿੱਚ ਰਵਾਨਗੀ ਆ ਉਹਨਾਂ ਦੀ ਦੇ ਵਿੱਚ, ਸਹਿਜ ਤੁਕਾਂਤ ਮੇਲ ਹੈ, ਸੰਜਮ ਹੈ ਤੇ ਭਾਵਾਂ ਦੇ ਵਹਾਓ ਉਹਨਾਂ ਦੀ ਕਵਿਤਾ ਦੇ ਪ੍ਰਮੁੱਖ ਗੁਣ ਹੈ। ਮੇਰੀ ਗੁਣ ਸੰਬੋਧਨ ਦੀਆਂ ਅਤ ਨਿੱਜੀ ਤੇ ਸਮੂਹਿਕ ਵਿਧੀਆਂ ਰਾਹੀਂ ਉਹ ਕਵਿਤਾ ਨੂੰ ਸੰਜੀਵ ਆਵਾ ਪ੍ਰਦਾਨ ਕਰਨ ਦਾ ਮਾਹਰ ਹੈ। ਇਸੇ ਕਰਕੇ ਉਸ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਉਸ ਦੀਆਂ ਨਜ਼ਮਾਂ ਜੀਵਨ ਦੀ ਦਾਰਸ਼ਨਿਕ ਵਿਆਖਿਆ, ਇਸ ਦੇ ਅਨੁਕੂਲ ਬਿੰਬ, ਪ੍ਰਤੀਕ ਤੇ ਵਰਤਾਰੇ ਚੁਣ ਕੇ ਸਪਸ਼ਟ ਸੁਨੇਹਾ ਦੇਣ ਵਿੱਚ ਲਸਾਨੀ ਹਨ। ਉਹ ਜਿਹੜੇ ਉਹਦਾ ਜਿਹੜਾ ਜੀਵਨ ਭਾਵ ਹੈ ਉਹ ਇਸੇ ਤਰ੍ਹਾਂ ਹੀ ਹੈ। ਔਰ ਪੰਜਾਬੀ ਕਵਿਤਾ ਨੂੰ ਜੋ ਉਹਨਾਂ ਨੇ ਦੇਣ ਦਿੱਤੀ ਹੈ ਉਹਦਾ ਜ਼ਿਕਰ ਵਾਰ-ਵਾਰ ਹੁੰਦਾ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਵਾਰ-ਵਾਰ ਹੁੰਦਾ। ਹੁਣ ਆਪਾਂ ਭਾਈ ਵੀਰ ਸਿੰਘ ਦੀ ਕਵਿਤਾ ਜਿਹੜੀ ਅਟਕ, ਇਹਦੇ ਬਾਰੇ ਚਰਚਾ ਕਰ ਦਾਂਗੇ। ਇਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਇੱਕ ਗੱਲ ਕਰ ਲਈਏ। ਅਟਕ ਇੱਕ ਦਰਿਆ ਹੈ ਵਿਦਿਆਰਥੀਓ। ਅਟਕ ਦਰਿਆ ਦਾ ਉਹਨੇ ਮਾਨਵੀਕਰਨ ਕੀਤਾ ਔਰ ਇਸ ਮਾਨਵੀਕਰਨ ਕੀਤੀ ਹੋਈ ਕਵਿਤਾ ਦੇ ਵਿੱਚ ਕਵੀ ਅਟਕ ਦਰਿਆ ਨੂੰ ਮੂੰਹੋਂ ਬੁਲਾਉਂਦਾ ਹੈ। ਭਾਰਤ ਦੇ ਉੱਪਰ ਜਿੰਨੇ ਵੀ ਹਮਲਾਵਰ ਆਏ ਹੈ ਉਹ ਪੱਛਮੀ ਦਿਸ਼ਾ ਦੇ ਵਿੱਚੋਂ ਆਏ ਹੈ। ਪੱਛਮੀ ਦਿਸ਼ਾ ਦੇ ਵਿੱਚੋਂ ਉਹਨਾਂ ਨੇ ਭਾਰਤ ਦੇ ਉੱਪਰ ਹਮਲੇ ਕੀਤੇ ਹੈ ਤੇ ਭਾਈ ਵੀਰ ਸਿੰਘ ਕਹਿੰਦਾ ਹੈ ਕਿ ਇਹ ਸਾਰੇ ਅਟਕ ਦਰਿਆ ਨੂੰ ਪਾਰ ਕਰਕੇ ਇੰਡੀਆ ਦੇ ਉੱਪਰ ਹਮਲਾ ਕਰਦੇ ਰਹੇ ਹੈ। ਹੁਣ ਇੱਥੇ ਪ੍ਰਸ਼ਨ ਇਹ ਕਰਦਾ ਭਾਈ ਵੀਰ ਸਿੰਘ ਅਟਕ ਦਰਿਆ ਦੇ ਉੱਪਰ
ਕਿ ਤੂੰ ਇਹਨਾਂ ਹਮਲਾਵਰਾਂ ਨੂੰ ਰੋਕਿਆ ਕਿਉਂ ਨਹੀਂ। ਪ੍ਰਸ਼ਨ ਇਹ ਹੈ, ਤੇਰਾ ਨਾਂ ਅਟਕਾ ਹੈ, ਤੂੰ ਇਹਨਾਂ ਨੂੰ ਕਿਉਂ ਨਹੀਂ ਅਟਕਾਇਆ, ਕੀ ਕਾਰਨ ਹੈ। ਜੁੱਗਾਂ ਤੋਂ ਤੂੰ ਵਗਦਾ ਰਹਿਣਾ ਹੈ ਤੇ ਤੂੰ ਇੱਕ ਵੀ ਹਮਲਾਵਰ ਨੂੰ ਨਹੀਂ ਆਪਣੇ ਵਿੱਚ ਰੋੜ ਸਕਿਆ। ਇਸ ਤਰ੍ਹਾਂ ਦੇ ਕੁਐਸਚਨ ਕਰਦਾ। ਅੱਗੋਂ ਅਟਕ ਦਰਿਆ ਕਿਸ ਤਰ੍ਹਾਂ ਦਾ ਜਵਾਬ ਦਿੰਦਾ। ਮਾਨਵੀਕਰਨ ਹੁੰਦਾ ਕਿ ਦਰਿਆ ਖੁਦ ਆਪਣੇ ਮੂੰਹ ਚੋਂ ਬੋਲ ਰਿਹਾ। ਭਾਈ ਵੀਰ ਸਿੰਘ ਪ੍ਰਕਿਰਤੀ ਦਾ ਮਾਨਵੀਕਰਨ ਬਹੁਤ ਕਰਦਾ ਰਿਹਾ ਆਪਣੇ ਕਵਿਤਾਵਾਂ ਦੇ ਵਿੱਚ। ਅਟਕ ਦਰਿਆ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ ਦੇਖਣ ਨੂੰ ਮਿਲਦੀ ਹੈ। ਅਟਕ ਦਰਿਆ ਉੱਤੇ ਪ੍ਰਸ਼ਨ ਤੇ ਅੱਗੋਂ ਉਸਦਾ ਉੱਤਰ। ਪ੍ਰਸ਼ਨ ਕਿਹੜਾ ਹੈ, ਜੁੱਗਾਂ ਤੋਂ ਤੂੰ ਆਵੇਂ ਜਾਵੇਂ, ਤਿੱਖਾ ਤਿੱਖਾ ਤੁਰਿਆ ਜਾਵੇਂ, ਪਲਸ਼ਨ ਠਹਿਰੇ ਨਾਹੀਂ, ਲਗਾਤਾਰ ਚਾਲ ਪਾਈ। ਜੁੱਗਾਂ ਤੋਂ ਤੂੰ ਤੁਰਿਆ ਆਉਣਾ, ਤੇਰੀ ਤੋਰ ਬੜੀ ਤਿੱਖੀ ਹੈ, ਤੂੰ ਇੱਕ ਵੀ ਪਲ ਠਹਿਰਦਾ ਨਹੀਂ, ਲਗਾਤਾਰ ਚੱਲੇ ਪਾ ਰਿਹਾ, ਤੂੰ ਲਗਾਤਾਰ ਚੱਲ ਰਿਹਾ ਹੈ। ਇਹ ਭਾਈ ਤੇਰੀ ਇਹ ਜਿਹੜੀ ਤੋਰ ਹੈ ਇਹ ਕਿਵੇਂ ਦੀ ਹੈ, ਕਿਸ ਤਰ੍ਹਾਂ ਦੀ ਹੈ, ਤੇਰਾ ਨਾਂ ਕੀ ਹੈ, ਇਹ ਸਾਰਾ ਅੱਗੇ ਪ੍ਰਸ਼ਨ ਦੇ ਵਿੱਚ ਦੱਸਿਆ ਗਿਆ। ਅਟਕ ਹੈ ਨਾਮ ਤੇਰਾ, ਤੇਰਾ ਨਾਂ ਤਾਂ ਅਟਕ ਹੈ। ਅਟਕਾਇਆ ਕਦੇ ਡਿੱਠਾ ਨਾ, ਤੂੰ ਕਦੇ ਵੀ ਕਿਸੇ ਵੀ ਹਮਲਾਵਰ ਨੂੰ ਦੇਖਿਆ ਨਹੀਂ, ਡਿੱਠਾ ਹੁੰਦਾ ਦੇਖਿਆ ਨਹੀਂ ਕਿ ਤੂੰ ਉਹਨੂੰ ਅਟਕਾ ਦਿੱਤਾ, ਰੋਕ ਦਿੱਤਾ। ਅਟਕਾਇਆ ਕਿਸੇ ਕੋਲੋਂ ਤੂੰ ਅਟਕਿਆ ਕਦੇ ਹੈ ਨਹੀਂ, ਤੂੰ ਕਦੇ ਵੀ ਕਿਸੇ ਹਮਲਾਵਰ ਨੂੰ, ਕਿਸੇ ਜ਼ੋਰਾਵਰ ਬੰਦੇ ਨੂੰ ਅਟਕਾ ਨਹੀਂ ਸਕਿਆ। ਤੇਰਾ ਨਾਂ ਹੀ ਅਟਕ ਹੈ, ਤੂੰ ਕਿਸੇ ਨੂੰ ਅਟਕਾਉਣ ਜੋਗਾ ਤਾਂ ਹੈ ਨਹੀਂ। ਇੱਕ ਤਰ੍ਹਾਂ ਦਾ ਪ੍ਰਸ਼ਨ ਉਹਨੂੰ ਕੀਤਾ ਕਵੀ ਨੇ। ਪੱਛੋਂ ਵੱਲੋਂ ਤੁਰੇ ਆਏ, ਪੱਛਮ ਦੇ ਵੱਲੋਂ, ਪੱਛੋਂ ਹੁੰਦਾ ਪੱਛਮੀ ਦਿਸ਼ਾ, ਪੱਛਮੀ ਦਿਸ਼ਾ ਦੇ ਵੱਲੋਂ ਹਮਲਾਵਰ ਲਗਾਤਾਰ ਤੁਰੇ ਆਏ ਹੈ। ਜਰਵਾਣਿਆਂ ਦੇ ਦਲੋਂ ਦਲ ਮੂੰਹ ਚੁੱਕ ਪਾਰ ਆਏ। ਤੇ ਜਿਹੜੇ ਜ਼ੋਰਾਵਰ ਲੋਕ ਸੀ, ਹਮਲਾਵਰ ਲੋਕ ਸੀ, ਉਹ ਜ਼ੋਰਾਵਰ ਤੇ ਹਮਲਾਵਰ ਲੋਕ ਦर्रा ਖੈਬਰ ਪਾਰ ਕਰਕੇ, ਅੱਗੋਂ ਤੈਨੂੰ ਪਾਰ ਕਰਕੇ ਪੰਜਾਬ ਦੇ ਉੱਪਰ ਤੇ ਭਾਰਤ ਦੇ ਉੱਪਰ ਹਮਲੇ ਕਰਦੇ ਆਏ ਆ, ਮੂੰਹ ਚੱਕ ਕੇ ਤੁਰ ਪੈਂਦੇ ਸੀ। ਤੂੰ ਇੱਕ ਨੂੰ ਵੀ ਨਹੀਂ ਰੋਕ ਸਕਿਆ, ਪੇਸ਼ ਤੇਰੀ ਨਹੀਂ ਗਈ, ਤੂੰ ਕਦੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਟਕ ਕੋਈ ਪਾਈ ਨਾ, ਜ਼ਾਲਮ ਅਟਕਾਏ ਨਾ, ਫਿਰ ਅਟਕ ਨਾਉ ਤੇਰਾ, ਗੱਲ ਦੱਸ ਕੀ ਹੋਈ। ਇਹ ਭਾਈ ਵੀਰ ਸਿੰਘ ਪ੍ਰਸ਼ਨ ਕਰਦਾ। ਬੜਾ ਭਾਵਪੂਰਨ ਪ੍ਰਸ਼ਨ ਹੈ ਕਿ ਤੂੰ ਕਦੇ ਵੀ ਉਹਨਾਂ ਨੂੰ ਅਟਕ ਨਹੀਂ ਪਾ ਸਕਿਆ, ਉਹ ਜ਼ਾਲਮ ਲੋਕ ਕਦੇ ਵੀ ਤੂੰ ਉਹਨਾਂ ਨੂੰ ਰੋਕ ਨਹੀਂ ਸਕਿਆ, ਕਿਉਂ ਤੇਰਾ ਨਾਂ ਅਟਕ ਹੈ। ਮੈਨੂੰ ਸਾਰੀ ਗੱਲ ਖੋਲ ਕੇ ਸਮਝਾ। ਹੁਣ ਅੱਗੋਂ ਅਟਕ ਦਾ ਉੱਤਰ ਕੀ ਹੈ। ਇੱਕ ਦਰਿਆ ਕਿਸ ਢੰਗ ਨਾਲ ਕਵੀ ਨੂੰ ਉੱਤਰ ਦੇ ਰਿਹਾ। ਅਟਕਣਾ ਨਾ ਕੰਮ ਮੇਰਾ, ਅਟਕਿਆ ਸੋ ਮਰਿਆ। ਅਟਕ ਨਾਮ ਮੌਤ ਦਾ ਹੈ, ਕੋਈ ਅਟਕਦਾ ਨਹੀਂ। ਕਹਿੰਦਾ ਭਾਈ ਗਲਤ ਫਹਿਮੀ ਚ ਨਾ ਰਹੀ, ਮੇਰਾ ਨਾਂ ਅਟਕਣਾ ਨਹੀਂ, ਨਾ ਹੀ ਮੇਰਾ ਕੰਮ ਅਟਕਣਾ। ਅਟਕਿਆ ਸੋ ਮਾਰਿਆ ਹੈ। ਜਿਹੜਾ ਬੰਦਾ ਇੱਕ ਵਾਰ ਰੁਕ ਗਿਆ ਤਾਂ ਮਰ ਗਿਆ, ਸੱਤਾਹੀਨ ਹੋ ਗਿਆ, ਉਹਦਾ ਸਵਾਸ ਚਲੇ ਗਏ, ਉਹ ਤਾਂ ਮੌਤ ਨੂੰ ਪ੍ਰਾਪਤ ਹੋ ਗਿਆ ਜਿਹੜਾ ਅਟਕ ਗਿਆ। ਅਟਕ ਨਾਮ ਮੌਤ ਦਾ ਹੈ, ਕੋਈ ਅਟਕਦਾ ਨਹੀਂ। ਇਹ ਦੁਨੀਆ ਦੇ ਉੱਪਰ ਪ੍ਰਕਿਰਤੀ ਦਾ ਕੋਈ ਵੀ ਤੱਤ, ਇਹ ਦੁਨੀਆ ਦੇ ਉੱਪਰ ਇਨਸਾਨ, ਇਸ ਦੁਨੀਆ ਦੇ ਉੱਪਰ ਪਸ਼ੂ ਪੰਛੀ ਜਿੰਨਾ ਚਿਰ ਜਿਉਂਦੇ ਆ ਉਹ ਲਗਾਤਾਰ ਹਰਕਤ ਕਰਦੇ ਆ, ਅਟਕਦੇ ਆ ਜਦੋਂ ਉਹ ਭਾਵ ਮੌਤ ਦਾ ਨਾਂ ਹੈ। ਤੋਰੇ ਵਿੱਚ ਤੁਰਿਆ ਜਾਵੇ, ਸਾਰਾ ਜੱਗ ਦਿਸਦਾ ਜੋ, ਤੁਰੇ ਰਹਿਣਾ ਕਾਰ ਧੁਰੋਂ ਏ ਪਾਈ। ਕਹਿੰਦਾ ਇਹ ਸਮੁੱਚੀ ਦੁਨੀਆ ਦਾ ਇੱਕ ਕਾਰ ਵਿਵਹਾਰ ਹੈ, ਤੁਰੇ ਰਹਿਣਾ ਹੀ ਜ਼ਿੰਦਗੀ ਹੈ, ਤੁਰਦੇ ਜਾਣਾ ਹੀ ਜ਼ਿੰਦਗੀ ਹੈ। ਸਾਰਾ ਜੱਗ ਜੋ ਤੁਰ ਰਿਹਾ ਉਹੀ ਅਸਲ ਦੇ ਵਿੱਚ ਜੀਵਨ ਭੋਗ ਰਿਹਾ ਹੈ। ਜਿਹੜਾ ਮਰ ਗਿਆ ਉਹ ਮੌਤ ਨੂੰ ਪ੍ਰਾਪਤ ਹੋ ਗਿਆ। ਇਹ ਤਾਂ ਧੁਰ ਦੀ ਗੱਲ ਹੈ। ਪਰਮਾਤਮਾ ਨੇ ਸ਼ੁਰੂ ਤੋਂ ਜਦੋਂ ਤੋਂ ਇਹ ਸ੍ਰਿਸ਼ਟੀ ਸਾਜੀ ਹੈ ਉਹਦੇ ਵਿੱਚ ਇਹ ਇੱਕ ਵਰਤਾਰਾ ਹੈ ਲਗਾਤਾਰ ਤੁਰੇ ਜਾਣ ਦਾ। ਰੂਪ ਇਸ ਦਿਸਦੇ ਦਾ, ਚੇਸ਼ਟਾ ਤੇ ਬਦਲਣਾ ਹੈ, ਜਾਰੀ ਰਹਿਣਾ ਚੇਸ਼ਟਾ ਦਾ, ਜਿੰਦ ਇਹਦੀ ਹੈ ਸੇ। ਤੇ ਜਿਹੜਾ ਰੂਪ ਹੈ ਦਿਖਦਾ ਉਹ ਸਦਾ ਹੀ ਬਦਲਦਾ ਰਹਿੰਦਾ ਔਰ ਲਗਾਤਾਰ ਤੁਰਿਆ ਰਹਿੰਦਾ। ਬਚਪਨ ਦੇ ਵਿੱਚ ਬੱਚਾ ਜਨਮ ਲੈਂਦਾ, ਛੋਟਾ ਜਿਹਾ ਹੁੰਦਾ ਹੈ, ਫਿਰ ਵੱਡਾ ਹੁੰਦਾ ਹੈ, ਉਹਦੀ ਰਫ਼ਤਾਰ ਵੱਧਦੀ ਹੈ, ਤੁਰਦਾ ਅੱਗੇ, ਜ਼ਿੰਦਗੀ ਅੱਗੇ ਤੁਰਦੀ ਹੈ, ਉਹਦਾ ਰੂਪ ਚੇਂਜ ਹੋ ਜਾਂਦਾ ਹੈ। ਫਿਰ ਜਵਾਨੀ ਦੇ ਵਿੱਚ ਆ ਜਾਂਦਾ, ਫਿਰ ਬੁਢੇਪੇ ਦੇ ਵਿੱਚ ਆ ਜਾਂਦਾ, ਫਿਰ ਅਖੀਰ ਦੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦਾ। ਇੱਕ ਜੀਵਨ ਚੱਕਰ ਹੈ ਇਸੇ ਤਰ੍ਹਾਂ ਸਾਰੀ ਜ਼ਿੰਦਗੀ ਦਾ। ਅਟਕ ਇਹ ਜਦੋਂ ਜਾਸੀ, ਰੂਪ ਨਾ ਹੀ
ਨਾਮ ਬਿਨਸ ਜਾਸੀ। ਜਦੋਂ ਕੋਈ ਚੀਜ਼ ਰੁਕ ਜਾਂਦੀ ਹੈ ਤਾਂ ਫਿਰ ਉਹਦਾ ਰੂਪ ਨਹੀਂ ਰਹਿੰਦਾ, ਉਹਦਾ ਰੂਪ ਬਿਨਸ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਡਿਸਟਰੋਏ ਹੋ ਜਾਂਦਾ ਹੈ। ਪ੍ਰਗਟ ਹੋਣਾ, ਸਾਹਮਣੇ ਦਿਖਣਾ, ਜ਼ਿੰਦਗੀ, ਬਿਨਸ ਜਾਣਾ, ਖਤਮ ਹੋ ਜਾਣਾ, ਰੂਪ ਦਾ ਖਤਮ, ਜੋ ਚੀਜ਼ ਦਿਖ ਰਹੀ ਹੈ। ਅਟਕੇ ਜਦੋਂ ਜਾਸੀ, ਰੂਪ ਨਾਮ ਬਿਨਸ ਜਾਸੀ, ਦ੍ਰਿਸ਼ਟਮਾਨ ਰਹੇ ਨਾਹੀਂ, ਕਲਾ ਇਹਦੀ ਹੈ ਇਹੀ। ਦ੍ਰਿਸ਼ਟਮਾਨ ਹੁੰਦਾ ਸਾਹਮਣੇ ਦਿਖਣ ਵਾਲੀ ਚੀਜ਼, ਤੇ ਜਦੋਂ ਦਿਖਣ ਵਾਲੀ ਚੀਜ਼ ਖਤਮ ਹੋ ਗਈ ਫਿਰ ਉਹਦਾ ਕੋਈ ਰੰਗ ਨਹੀਂ ਰਹਿੰਦਾ, ਕੋਈ ਰੂਪ ਨਹੀਂ ਰਹਿੰਦਾ, ਉਹਦੀ ਕੋਈ ਹੋਂਦ ਨਹੀਂ ਰਹਿੰਦੀ, ਇਸ ਸੰਸਾਰ ਤੋਂ ਚਲੇ ਜਾਂਦਾ। ਇਸ ਕਰਕੇ ਭਾਈ ਤੂੰ ਕੀ ਅਟਕ ਅਟਕ ਲਾਈ ਹੈ, ਅਟਕਣਾ ਤਾਂ ਮੌਤ ਦਾ ਨਾਂ ਹੈ। ਹੁਣ ਉਦਾਹਰਨਾਂ ਦਿੰਦੇ ਆ ਪ੍ਰਕਿਰਤੀ ਦੇ ਵਿੱਚੋਂ, ਉਹ ਅਟਕ ਦਰਿਆ। ਪ੍ਰਕਿਰਤੀ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਉਦਾਹਰਨਾਂ ਦਿੰਦੇ ਆ? ਦੇਖਾਂ ਤੂੰ ਅੱਖ ਉਘਾੜ, ਉਹ ਕਵੀ ਲੋਕ, ਤੂੰ ਇੱਕ ਵਾਰੀ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਦੇਖ ਚਾਰੇ ਪਾਸੇ। ਦੇਖਾਂ ਤੂੰ ਅੱਖ ਉਘਾੜ, ਸੂਰਜ, ਚੰਦ, ਤਾਰੇ, ਗ੍ਰਹਿ। ਇਹ ਜਿਹੜਾ ਸੂਰਜ ਹੈ, ਚੰਦ ਹੈ, ਤਾਰੇ ਹੈ, ਸਾਰੇ ਗ੍ਰਹਿ ਹੈ, ਲਗਾਤਾਰ ਤੁਰੇ ਜਾਣ। ਇਹ ਕਦੇ ਰੁਕੇ ਹੈ? ਕਦੇ ਨਹੀਂ ਰੁਕਦੇ। ਲਗਾਤਾਰ ਇਹਨਾਂ ਦਾ ਕੰਮ ਤੁਰਨਾ ਹੈ, ਕਦੇ ਕੋਈ ਅਟਕਿਆ? ਧਰਤੀ ਨਖੱਤਰ ਚਲੇ, ਧਰਤੀ, ਇਸ ਧਰਤੀ ਦੇ ਉੱਪਰ ਜਿਹੜੇ ਗ੍ਰਹਿ ਹੈ, ਇਸ ਧਰਤੀ ਨਾਲ ਜੁੜੀਆਂ ਹੋਈਆਂ ਜਿਹੜੇ ਰੁੱਤਾਂ ਹੈ, ਦਿਨ ਰਾਤ ਹੈ, ਇਹ ਸਾਰਾ ਕੁਝ ਚੱਲੀ ਜਾਂਦਾ ਹੈ। ਧਰਤੀ ਨਖੱਤਰ ਚੱਲੇ, ਰੈਣ ਰਾਤ ਹੁੰਦੀ ਹੈ, ਰੈਣ ਤੋਂ ਭਾਵ ਰਾਤ, ਦਿਨ ਬਨਸਪਤੀ ਜਿਹੜੀ ਪ੍ਰਕਿਰਤੀ ਹੈ, ਜੀਵ ਜੰਤੂ ਸਭ ਤੁਰੇ। ਤੇ ਜਿਹੜੇ ਧਰਤੀ ਦੇ ਉੱਪਰ ਜੀਵ ਹੈ, ਜੰਤੂ ਹੈ, ਇਹ ਸਾਰੇ ਲਗਾਤਾਰ ਤੁਰੇ ਜਾ ਰਹੇ ਹੈ। ਅਟਕਿਆ ਸੋ ਫਟਕਿਆ ਹੈ, ਜਿਹੜਾ ਰੁਕ ਗਿਆ ਉਹ ਮਰ ਗਿਆ। ਅਟਕਿਆ ਸੋ ਫਟਕਿਆ। ਉਮਰਾ ਹੈ ਤਾਂ ਤੁਰੀ ਜਾਏ, ਕਾਲ ਹੈ ਤਾਂ ਲੱਗਾ ਜਾਏ। ਜੇ ਕਹਿੰਦਾ ਵੀ ਜੀਵਨ ਹੈ, ਉਮਰ ਹੈ, ਜ਼ਿੰਦਗੀ ਹੈ, ਤਾਂ ਉਹ ਤੁਰੀ ਜਾਂਦਾ ਹੈ। ਜਦੋਂ ਕਾਲ ਆ ਗਿਆ ਫਿਰ ਰੁਕ ਜਾਂਦਾ ਹੈ। ਜਿੰਦ ਹੈ ਤਾਂ ਚਲੀ ਜਾਏ, ਕਦੇ ਕੌਣ ਹਟ ਗਿਆ। ਤੇ ਜੇਕਰ ਜੀਵਨ ਹੈਗਾ, ਜ਼ਿੰਦਗੀ ਹੈਗੀ ਹੈ, ਤਾਂ ਲਗਾਤਾਰ ਤੁਰਿਆ ਜਾਂਦਾ ਹੈ। ਇਨਸਾਨ ਵੀ, ਪ੍ਰਕਿਰਤੀ ਵੀ, ਪਸ਼ੂ ਪੰਛੀ ਵੀ। ਕਦੇ ਕਿਸੇ ਨੇ ਕੋਣ ਰੋਕਿਆ? ਦਿਸਦਾ ਸੰਸਾਰ ਸਾਰਾ ਸਦਾ ਸਦਾ ਤੁਰਨਹਾਰਾ। ਜਿਹੜਾ ਸਾਰਾ ਸੰਸਾਰ ਰੂਪ ਦੇ ਵਿੱਚ ਹੈ, ਰੰਗ ਦੇ ਵਿੱਚ ਹੈ, ਦਿਖ ਰਿਹਾ ਹੈ, ਦਿਸ ਰਿਹਾ ਹੈ, ਉਹ ਦਿਸਦਾ ਸੰਸਾਰ ਸਦਾ ਸਦਾ ਤੁਰਨਹਾਰਾ ਹੈ। ਅਟਕੇ ਜੇ ਇਹ ਨਜ਼ਾਰਾ, ਕਦੇ ਜਾਣਾ ਪਟਕਿਆ। ਅਟਕੇ ਜੇ ਇਹ ਨਜ਼ਾਰਾ, ਜੇ ਨਜ਼ਾਰਾ ਇੱਕ ਵਾਰੀ ਰੁਕ ਰਿਹਾ ਹੈ ਤਾਂ ਸਮਝੋ ਉਹ ਖਤਮ ਹੋ ਗਿਆ, ਪਟਕਿਆ ਗਿਆ। ਨਾਮ ਹੈ ਅਟਕ ਮੇਰਾ, ਅਟਕ ਹੈ ਭੁੱਲ ਤੁਹਾਡੀ। ਕਹਿੰਦਾ ਮੇਰਾ ਨਾਂ ਅਟਕ ਹੈ। ਅਟਕ ਤਾਂ ਤੂੰ ਭੁੱਲ ਕੇ ਨਾਂ ਲੈ ਰਿਹਾ ਮੇਰਾ। ਅਟਕੇ ਬਿਨਾ ਟੁਰੀ ਜਾਣਾ, ਹੁਣ ਆਪਣੀ ਡੈਫੀਨੇਸ਼ਨ ਦੇ ਰਿਹਾ, ਆਪਣੀ ਪਰਿਭਾਸ਼ਾ ਦੇ ਰਿਹਾ। ਬਗੈਰ ਰੁਕੇ ਤੋਂ ਤੁਰੇ ਜਾਣਾ, ਇਹ ਮੇਰੀ ਡੈਫੀਨੇਸ਼ਨ ਹੈ। ਅਟਕੇ ਬਿਨਾ ਤੁਰੀ ਜਾਣਾ, ਬਹਿਣ ਦਾ ਹੈ ਕੰਮ ਇਹੀ। ਬਹਿਣਾ ਹੁੰਦਾ ਤੁਰਿਆ ਜਾਣਾ, ਤੋਰ, ਪਾਣੀ ਦੀ ਤੋਰ, ਪਾਣੀ ਦਾ ਬਹਾਵ। ਅਕਲਹੀਨ ਕਿਵੇਂ ਸਕੇ, ਅਕਲ ਵਾਲੇ ਅਟਕ ਪਾ। ਜਿਹੜਾ ਇਨਸਾਨ ਅਕਲਹੀਨ ਹੈ, ਬੁੱਧੀਹੀਨ ਹੈ, ਉਹ ਕਿਸ ਤਰ੍ਹਾਂ ਇਸ ਦੀ ਥਹੁ ਪਾ ਸਕਦਾ ਹੈ? ਅਕਲ ਵਾਲੇ ਅਟਕ ਪਾ। ਅਟਕ ਪਾਉਣੀ ਆਦਮੀ ਨੂੰ ਸਾਡੀ ਸਮਰੱਥ ਨਹੀਂ। ਸਾਡੀ ਸਮਰੱਥਾ ਇਹ ਨਹੀਂ ਕਿ ਅਸੀਂ ਫੌਜਾਂ ਨੂੰ ਅਟਕ ਪਾ ਦਈਏ, ਅਸੀਂ ਇਨਸਾਨਾਂ ਨੂੰ ਅਟਕ ਪਾ ਦਈਏ। ਸਾਡੀ ਸਮਰੱਥਾ ਇਹ ਨਹੀਂ ਹੈਗੀ। ਸਾਡੀ ਸਮਰੱਥਾ ਤਾਂ ਲਗਾਤਾਰ ਤੁਰਨ ਦੇ ਵਿੱਚ ਹੈ। ਤੁਸੀਂ ਅਕਲਾਂ ਵਾਲੇ ਹੋ, ਤੁਹਾਡੇ ਵਿੱਚ ਅਕਲ ਵਸੇ, ਅਟਕ ਪਾਣੀ ਕੰਮ ਤੁਹਾਡਾ। ਸਾਡਾ ਤਾਂ ਇੱਕੋ ਕੰਮ ਤੁਰੇ ਜਾਣਾ, ਲਗਾਤਾਰ ਤੁਰੇ ਜਾਣਾ। ਸਾਡੇ ਵਿੱਚ ਤੁਹਾਡੇ ਵਾਂਗੂ ਧੋਖਾ ਦੇਣ ਦੀ ਜਾਂ ਕਿਸ ਤਰ੍ਹਾਂ ਦੀ ਅਕਲ ਵਾਲੀ ਪ੍ਰਵਿਰਤੀ ਨਹੀਂ ਹੈਗੀ, ਜਾਂ ਕਿਸੇ ਨੂੰ ਮਾਰਨ ਦੀ ਪ੍ਰਵਿਰਤੀ ਨਹੀਂ ਹੈਗੀ। ਸਾਡਾ ਕੰਮ ਤਾਂ ਤੁਰੇ ਜਾਣਾ ਹੀ ਹੈ। ਦੂਸਰੇ ਪੱਖ ਇਹ ਹੈ ਕਿ ਤੁਹਾਡੇ ਵਿੱਚ ਅਕਲ ਵਸਦੀ ਹੈ, ਤੁਸੀਂ ਅਕਲਵਾਨ ਹੋ, ਇਨਸਾਨ ਹੋ। ਅਟਕ ਪਾਣੀ ਕੰਮ ਤੁਹਾਡਾ, ਤੇ ਤੁਸੀਂ ਤੁਰੇ ਜਾਂਦੇ ਚੀਜ਼ ਨੂੰ ਰੋਕਣ ਦੇ ਸਮਰੱਥ ਹੋ, ਇਨਸਾਨ ਹੋ ਤੁਸੀਂ। ਮੇਲ, ਬਲ, ਸਾਹਸ ਦਾ ਅਟਕ ਪਾਣਾ ਫਲ ਹੋਈ। ਤੁਸੀਂ ਇਹਨਾਂ ਕੰਮਾਂ ਦੇ ਵਿੱਚ ਆਪਣੇ ਸਾਹਸ ਨਾਲ, ਬਲ ਦੇ ਨਾਲ, ਮਿਲਾਪ ਦੇ ਨਾਲ ਅਟਕ ਪਾ ਸਕਦੇ ਹੋ। ਭਾਵ ਤੁਸੀਂ ਸਾਰੇ ਇਨਸਾਨ ਇੱਕ ਹੋ ਜਾਓ, ਧਰਮਾਂ ਤੋਂ ਉੱਪਰ ਉੱਠ ਖੜੋ, ਮਿਲ ਜਾਓ ਆਪਸ ਦੇ ਵਿੱਚ, ਜਾਤੀਆਂ ਤੋਂ ਉੱਪਰ ਉੱਠ ਕੇ ਮਿਲ ਜਾਓ,
ਜਿਹੜੇ ਜਰਵਾਣੇ ਉਹਨਾਂ ਦਾ ਬਲ ਦੇ ਨਾਲ, ਸਾਹਸ ਦੇ ਨਾਲ ਮੁਕਾਬਲਾ ਕਰੋ ਤਾਂ ਤੁਸੀਂ ਉਹਨਾਂ ਨੂੰ ਰੋਕ ਸਕਦੇ ਸੀ। ਅਟਕ ਵਧਾਵਣੇ ਤੋਂ ਤੁਸੀਂ ਸਾਰੇ ਅਟਕ ਖਲੇ। ਅਸਲ ਦੇ ਵਿੱਚ ਤੁਸੀਂ ਆਪਸ ਦੇ ਵਿੱਚ ਹੀ ਲੜਾਈ ਝਗੜੇ ਕਰੀ ਗਏ, ਜਾਤੀਆਂ ਦੇ ਵਿੱਚ ਵੰਡੇ ਰਹੇ, ਧਰਮਾਂ ਦੇ ਵਿੱਚ ਵੰਡੇ ਰਹੇ, ਭਾਸ਼ਾਵਾਂ ਦੇ ਵਿੱਚ ਵੰਡੇ ਰਹੇ। ਤੁਸੀਂ ਤਾਂ ਆਪਣੇ ਆਪ ਨੂੰ ਰੋਕਦੇ ਰਹੇ। ਅਟਕਿਆ ਸੋ ਹਟਿਆ ਪਿੱਛੇ ਤਾਂ ਨਿੱਗੜਦੀ ਗਈ। ਤਾਂ ਹੁੰਦਾ ਜ਼ੋਰ। ਜਦੋਂ ਤੁਸੀਂ ਆਪਸ ਦੇ ਵਿੱਚ ਲੜਨ ਲੱਗ ਗਏ ਤਾਂ ਤੁਹਾਡਾ ਜ਼ੋਰ ਬਲਹੀਨਤਾ ਦੇ ਵਿੱਚ ਬਦਲ ਗਿਆ ਤੇ ਤੁਸੀਂ ਉਹਨਾਂ ਲੋਕਾਂ ਨੂੰ ਰੋਕ ਨਹੀਂ ਪਾਏ। ਅੱਗੇ ਨੂੰ ਜੋ ਤੁਰੇ ਨਹੀਂ, ਪਿੱਛੇ ਉਸ ਤੋਰ ਪੈਣੀ। ਅਟਕ ਕਿਸੇ ਥਾਵੇਂ ਨਹੀਂ ਤੇ ਅਟਕ ਟਿਕਾ ਨਹੀਂ। ਕਹਿੰਦਾ ਵੀ ਤੁਸੀਂ ਅੱਗੇ ਨੂੰ ਕਦੇ ਤੁਰੇ ਨਹੀਂ, ਤੁਸੀਂ ਉਹਨਾਂ ਨੂੰ ਕਦੇ ਰੋਕਿਆ ਨਹੀਂ। ਜੇ ਤੁਸੀਂ ਉਹਨਾਂ ਨੂੰ ਰੋਕਣ ਦੀ ਸਾਹਸ ਕਰਦੇ ਤਾਂ ਸ਼ਾਇਦ ਭਾਰਤ ਦਾ ਇਤਿਹਾਸ, ਭਾਰਤ ਦਾ ਜਿਹੜਾ ਨਕਸ਼ਾ ਕੁਝ ਹੋਰ ਤਰ੍ਹਾਂ ਦਾ ਹੁੰਦਾ। ਤੁਸੀਂ ਤਾਂ ਕਦੇ ਉਹਨਾਂ ਨੂੰ ਅਟਕਾ ਹੀ ਨਹੀਂ ਪਾਏ, ਤੁਸੀਂ ਤਾਂ ਟਿਕ ਕੇ ਲੜ ਹੀ ਨਹੀਂ ਪਾਏ ਉਹਨਾਂ ਨਾਲ। ਅਟਕਣ ਨੂੰ ਆਰਾਮ ਜਾਣੋ। ਕਹਿੰਦਾ ਵੀ ਜਦੋਂ ਤੁਸੀਂ ਰੁਕ ਗਏ ਨਾ, ਆਰਾਮ ਕਰਨ ਲੱਗ ਗਏ, ਉਦੋਂ ਤਾਂ ਫਿਰ ਸਮਝ ਲਓ ਕਿ ਤੁਸੀਂ ਹਾਰ ਗਏ ਹੋ। ਮਾਰਿਆ ਸੋ ਜਾਣ ਲੈਣਾ, ਆਪਣੇ ਆਪ ਨੂੰ ਮਰਿਆ ਬਰਾਬਰ ਸਮਝ ਲੈਣਾ। ਅੱਗੇ ਅੱਗੇ ਟੁਰਿਆ ਜਾਵੇ, ਮਾਲੀ ਉਸ ਮਾਰ ਲਈ। ਵੱਧਦੇ ਜੇ ਤੁਸੀਂ ਜਾਂਦੇ, ਵਿਦਿਆ ਵੱਲ ਜ਼ੋਰ ਪਾਉਂਦੇ। ਕਟਕਾਂ ਦੇ ਕਟਕ ਆਂਦੇ, ਅਟਕ ਖਾ ਜਾਂਦੇ ਸਹੀ। ਕਟਕ ਹੁੰਦਾ ਹੈਗਾ ਫੌਜਾਂ ਦੇ ਦਲ, ਵੱਡੇ ਵੱਡੇ ਦਲ। ਜੇ ਕਹਿੰਦਾ ਤੁਸੀਂ ਨਾ ਰੁਕਦੇ, ਆਪਸ ਦੇ ਵਿੱਚ ਨਾ ਲੜਦੇ, ਅੱਗੇ ਵੱਧ ਕੇ ਉਹਨਾਂ ਦਾ ਮੁਕਾਬਲਾ ਕਰਦੇ, ਵੱਧਦੇ ਜੇ ਤੁਸੀਂ ਜਾਂਦੇ, ਵਿਦਿਆ ਵੱਲ ਜ਼ੋਰ ਪਾਉਂਦੇ ਤੇ ਵਿਦਿਆ ਦੇ ਜ਼ੋਰ ਦੇ ਨਾਲ, ਬਲ ਦੇ ਜ਼ੋਰ ਦੇ ਨਾਲ, ਆਪਣੀਆਂ ਰਣਨੀਤੀ ਦੇ ਨਾਲ ਤੁਸੀਂ ਜਿਹੜੇ ਕਟਕਾਂ ਦੇ ਕਟਕ, ਫੌਜਾਂ ਦੇ ਵੱਡੇ ਵੱਡੇ ਦਲ ਭਾਰਤ ਦੇ ਉੱਪਰ ਹਮਲਾ ਕਰਨ ਲਈ ਆਏ ਸੀ, ਉਹ ਤੁਹਾਡੇ ਤੋਂ ਮਾਰ ਖਾ ਜਾਂਦੇ, ਪਿੱਛੇ ਭੱਜ ਜਾਂਦੇ, ਵਾਪਸ ਚਲੇ ਜਾਂਦੇ। ਅਟਕੇ ਜਦ ਤੁਸੀਂ ਪਿਆਰਿਓ, ਅਟਕਾ ਫਿਰ ਪਾਉਂਦਾ ਕੌਣ। ਜਦੋਂ ਤੁਸੀਂ ਖੁਦ ਹੀ ਰੁਕ ਗਏ ਹੋ, ਖੁਦ ਹੀ ਤੁਸੀਂ ਸੱਤਾਹੀਨ ਹੋ ਗਏ ਹੋ, ਤੁਸੀਂ ਬਲਹੀਨ ਹੋ ਗਏ ਹੋ, ਤੁਸੀਂ ਆਪਸ ਦੇ ਵਿੱਚ ਲੜੀ ਗਏ ਹੋ, ਫਿਰ ਉਹਨਾਂ ਵਿਦੇਸ਼ੀ ਜਰਵਾਣਿਆਂ ਨੂੰ ਕੌਣ ਰੋਕ ਸਕਦਾ ਸੀ? ਉਹਨਾਂ ਨੂੰ ਅਟਕ ਕੌਣ ਪਾ ਸਕਦਾ ਸੀ? ਜਿੰਦਹੀਨ ਨਦੀਆਂ ਪਾਸੋਂ ਅਟਕੇ ਕਟਕ ਨਹੀਂ, ਕਟਕ ਹਨ ਨਹੀਂ। ਕਹਿੰਦਾ ਕਿਤੇ ਸੋਚਿਆ ਕਿ ਜਿੰਦਹੀਨ ਨਦੀਆਂ ਇਸ ਤਰ੍ਹਾਂ ਦੇ ਕਟਕਾਂ ਨੂੰ ਰੋਕ ਸਕਣ? ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਕੱਲੀਆਂ ਨਦੀਆਂ ਖੁਦ ਆਪਣੇ ਆਪ ਉਹਨਾਂ ਕਟਕਾਂ ਨੂੰ ਰੋਕ ਲੈਣ, ਉਹਨਾਂ ਫੌਜਾਂ ਨੂੰ ਰੋਕ ਲੈਣ। ਜੇ ਤੁਸੀਂ ਕੋਸ਼ਿਸ਼ ਕਰਦੇ ਤਾਂ ਆਪਾਂ ਰਲ ਮਿਲ ਕੇ ਉਹਨਾਂ ਨੂੰ ਰੋਕ ਸਕਦੇ ਸੀ। ਹੋ ਬੇਖਟਕ ਸੌਂਦੇ ਨਾ, ਅਟਕ ਨਾ ਆਰਾਮ ਲੈਂਦੇ। ਜੇ ਤੁਸੀਂ ਬੇਖੌਫ ਹੋ ਕੇ ਨਾ ਸੌਂਦੇ, ਆਪਸ ਦੇ ਵਿੱਚ ਨਾ ਲੜਦੇ, ਤੁਸੀਂ ਆਰਾਮ ਦਾ ਸਹਾਰਾ ਨਾ ਲੈਂਦੇ, ਲਟਕ ਐਸ਼ ਲਾਂਦੇ ਨਾ, ਅਟਕ ਕੌਣ ਤੋੜਦਾ। ਤੇ ਜੇ ਤੁਸੀਂ ਨਾ ਇਸ ਤਰ੍ਹਾਂ ਦੇ ਬਲ ਦੇ ਵਿੱਚ ਪੈਂਦੇ ਤਾਂ ਸ਼ਾਇਦ ਤੁਸੀਂ ਕਦੇ ਵੀ ਅਟਕਦੇ ਨਹੀਂ ਸੀ, ਕਦੇ ਵੀ ਤੁਸੀਂ ਆਰਾਮ ਨਾਲ ਨਾ ਬਹਿੰਦੇ ਤਾਂ ਕਦੇ ਵੀ ਤੁਸੀਂ ਇਸ ਚੱਕਰ ਤੋਂ ਬਾਹਰ ਆ ਸਕਦੇ ਸੀ। ਕਟਕਾਂ ਦੇ ਕਟਕ ਆਂਦੇ, ਤੁਸੀਂ ਉੱਠ ਅਟਕ ਪਾਉਂਦੇ। ਇੱਕ ਮੁੱਠ ਹਟਕ ਪਾਉਂਦੇ, ਮੈਂ ਵੀ ਕੁਝ ਹੋੜਦਾ। ਕਹਿੰਦਾ ਵੀ ਜੇਕਰ ਤੁਸੀਂ ਖੁਦ ਇਕੱਠੇ ਹੋ ਕੇ ਮੁਕਾਬਲਾ ਕਰਦੇ ਤਾਂ ਉਹਨਾਂ ਕਟਕਾਂ ਨੂੰ, ਉਹਨਾਂ ਜਰਵਾਣਿਆਂ ਨੂੰ, ਉਹਨਾਂ ਫੌਜਾਂ ਨੂੰ ਤੁਸੀਂ ਕਿਸੇ ਰੂਪ ਦੇ ਵਿੱਚ ਰੋਕ ਸਕਦੇ ਸੀ। ਤੁਸੀਂ ਉੱਠਦੇ ਤੇ ਉਹਨਾਂ ਨੂੰ ਰੋਕਦੇ, ਇੱਕ ਮੁੱਠ ਹੋ ਕੇ ਰੋਕਦੇ, ਇੱਕ ਏਕੀਕਰਨ ਹੋ ਕੇ ਰੋਕਦੇ, ਤੇ ਮੈਂ ਵੀ ਫਿਰ ਕੁਝ ਥੋੜਾ ਬਹੁਤਾ ਆਪਦਾ ਯੋਗਦਾਨ ਉਹਦੇ ਵਿੱਚ ਪਾਉਂਦਾ। ਮੈਂ ਵੀ ਕੁਝ ਹੋੜਦਾ। ਲਟਕਾਂ ਨੇਹੂ ਤੁਸੀਂ ਲਾਏ, ਪਟਕ ਬੈਰੀ ਤੁਰੇ ਆਏ। ਕਹਿੰਦਾ ਤੁਸੀਂ ਤਾਂ ਲਟਕਾਂ ਦੇ ਨਾਲ ਨੇਹ ਲਾ ਲਏ, ਪਿਆਰ ਲਾ ਲਈ, ਮੁਹੱਬਤ ਪਾ ਲਈ। ਲਟਕ ਹੁੰਦਾ ਹੈਗਾ ਆਰਾਮ ਦੇ ਨਾਲ, ਆਪਣੇ ਆਪ ਨੂੰ ਰੋਕਣ ਦੇ ਨਾਲ, ਆਪਣੇ ਆਪ ਨੂੰ ਸਥਿਰ ਕਰਨ ਦੇ ਨਾਲ ਤੁਸੀਂ ਪਿਆਰ ਪਾ ਲਿਆ, ਨੇਹ ਪਾ ਲਿਆ। ਇਸ ਕਰਕੇ ਬੈਰੀ ਨੂੰ ਤੁਸੀਂ ਰੋਕ ਨਹੀਂ ਸਕਦੇ ਤੇ ਉਹ ਲਗਾਤਾਰ ਅੱਗੇ ਵੱਧਦੇ ਆਏ। ਗਹੁਣ ਮੇਰੇ ਵਿੱਚ ਪਾਏ, ਬਾਹ ਲੱਗੀ ਮੈਂ ਬੋੜਦਾ। ਉਹਨਾਂ ਨੇ ਤਾਂ ਮੇਰੇ ਵਿੱਚ ਵੀ ਗਾਹ ਪਾਤਾ, ਉਹਨਾਂ ਨੇ ਤਾਂ ਮੇਰੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਹੰਗਾਲ ਪਾਤੇ, ਮੇਰੇ ਨੂੰ ਵੀ ਪਾਰ ਕਰ ਗਏ ਉਹ
ਜੇਕਰ ਤੁਸੀਂ ਉਹਨਾਂ ਨੂੰ ਰੋਕਦੇ ਤਾਂ ਬਾਹਰ ਲੱਗਦੀ ਮੈਂ ਵੀ ਉਹਨਾਂ ਨੂੰ ਥੋੜਾ ਬਹੁਤਾ ਰੋਕ ਲੈਂਦਾ। ਰੋੜੇ ਰੋੜੇ ਨੀ ਮੈਂ ਪੂਰਾ ਪੂਰ ਡੋਬੇ ਕੀਤੇ ਕਈ ਚੂਰ, ਅੱਗੋਂ ਭਣਦੇ ਤੁਸੀਂ ਮੂੰਹ ਬੈਰੀ ਮੂੰਹ ਦਾ ਚਾ ਮੋੜਦਾ। ਕਹਿੰਦਾ ਵੀ ਮੈਂ ਤਾਂ ਬਹੁਤ ਸਾਰੇ ਪੂਰਾਂ ਦੇ ਪੂਰ ਰੋੜ ਤੇ ਸੀਗੇ, ਜੇ ਤੁਸੀਂ ਥੋੜਾ ਜਿਹਾ ਸਾਥ ਦਿੰਦੇ ਜਿਨ੍ਹਾਂ ਨੂੰ ਮੈਂ ਡੋਬਿਆ ਸੀਗਾ ਤੇ ਤੁਸੀਂ ਅੱਗੇ ਵੱਧ ਕੇ ਉਹਨਾਂ ਦੇ ਮੂੰਹ ਭੰਨਦੇ ਤੇ ਫਿਰ ਅਸੀਂ ਰਲ ਮਿਲ ਕੇ ਬੈਰੀ ਦਾ ਮੂੰਹ ਮੋੜ ਦਿੰਦੇ। ਦੋਸ਼ ਸਾਰਾ ਤੁਸਾਂ ਦਾ ਹੈ, ਅਟਕ ਜੋ ਗਏ ਸਾਜੇ, ਅਟਕ ਨਾਮ ਤੁਹਾਡਾ ਹੈ। ਕਹਿੰਦਾ ਵੀ ਸਾਰਾ ਦੋਸ਼ ਤਾਂ ਇਨਸਾਨਾਂ ਦਾ ਹੈ, ਤੁਹਾਡਾ। ਤੁਸੀਂ ਆਪਸ ਦੇ ਵਿੱਚ ਲੜਦੇ ਝਗੜਦੇ ਰਹੇ, ਜਾਤੀਆਂ ਦੇ ਵਿੱਚ, ਧਰਮਾਂ ਦੇ ਵਿੱਚ, ਤੁਸੀਂ ਕਦੇ ਵੀ ਉਹਨਾਂ ਨੂੰ ਅੱਗੇ ਵੱਧ ਕੇ ਰੋਕ ਨਾ ਪਾਏ, ਜਰਵਾਣਿਆਂ ਨੂੰ, ਵਿਦੇਸ਼ੀ ਜਰਵਾਣਿਆਂ ਨੂੰ। ਅਟਕ ਨਾਮ ਤਾਂ ਤੁਹਾਡਾ ਹੈ, ਮੇਰਾ ਨਾਮ ਅਟਕ ਨਹੀਂ ਹੈਗਾ। ਅੱਗੇ ਜਿਹੜਾ ਵਾਧਾ ਨਾ ਜਾਣੋ, ਪਿੱਛੇ ਮੁੜ ਰਿਹਾ ਹੈ, ਬੇੜੀ ਆਪਣੀ ਬੋੜਦਾ ਹੈ, ਰੋੜਦਾ ਹੈ ਨਾਮ ਨਾਲ। ਕਹਿੰਦਾ ਵੀ ਜਿਹੜਾ ਇਨਸਾਨ ਅੱਗੇ ਨਹੀਂ ਵੱਧਦਾ, ਅਸਲ ਦੇ ਵਿੱਚ ਉਹ ਖੁਦ ਪਿੱਛੇ ਮੁੜ ਰਿਹਾ ਹੈ, ਉਹ ਆਪਣੀ ਬੇੜੀ ਨੂੰ ਖੁਦ ਡੁਬੋ ਰਿਹਾ ਹੈ, ਆਪਣਾ ਨਾਮ ਖੁਦ ਰੋੜ ਰਿਹਾ ਹੈ। ਸਦਾ ਸਦਾ ਵਧੀ ਜਾਏ, ਕਿਤੇ ਨਾ ਅਟਕ ਪਾਏ, ਤੁਰੀ ਜਾਏ ਵਧੀ ਜਾਏ, ਉਸ ਦੀ ਪੁੱਜੇ ਕਾਮਨਾ। ਕਹਿੰਦਾ ਸਦਾ ਹੀ ਅੱਗੇ ਵਧੇ ਜਾਓਗੇ ਤਾਂ ਜ਼ਿੰਦਗੀ ਹੈ, ਕਿਤੇ ਨਾ ਅਟਕੇ ਇਹੀ ਜ਼ਿੰਦਗੀ ਹੈ, ਲਗਾਤਾਰ ਤੁਰੀ ਜਾਓ, ਅੱਗੇ ਵਧੀ ਜਾਓ, ਇਹੋ ਹੀ ਜ਼ਿੰਦਗੀ ਹੈ, ਇਹ ਉਸ ਦੀ ਪੁੱਜੇ ਕਾਮਨਾ। ਲਗਾਤਾਰ ਸਹਿਜ ਹੋਸ਼ ਬੁੱਧੀ ਧਰਮ ਨਾਲ ਮੇਲ ਵਿਉਂਤ ਜੁਗਤ ਚੱਲੇ, ਕੌਣ ਕਰੇ ਸੋ ਸਾਹਮਣਾ। ਜੇਕਰ ਕਹਿੰਦਾ ਲਗਾਤਾਰ ਤੁਸੀਂ ਅੱਗੇ ਸਹਿਜਤਾ ਦੇ ਨਾਲ ਵਧੀ ਜਾਓ, ਆਪਣੇ ਹੋਸ਼ ਕਾਇਮ ਰੱਖੋ, ਬੁੱਧੀ ਕਾਇਮ ਰੱਖੋ, ਆਪਣੇ ਧਰਮ ਦੇ ਨਾਲ ਮੇਲ ਜੋਲ ਰੱਖੋ, ਸਾਰੀਆਂ ਵਿਉਂਤਾਂ ਬਣਾਓ, ਜੁਗਤਾਂ ਨਾਲ ਚੱਲੋ, ਤਾਂ ਫਿਰ ਕੌਣ ਹੈ ਜਿਹੜਾ ਤੁਹਾਡਾ ਸਾਹਮਣਾ ਕਰ ਪਾਵੇ। ਭਾਰਤੀ ਲੋਕੋ, ਤੁਸੀਂ ਹਮੇਸ਼ਾ ਹੀ ਆਪਸ ਦੇ ਵਿੱਚ ਲੜਦੇ ਝਗੜਦੇ ਹੀ ਹਾਰੇ ਹੋ। ਜੋ ਤੁਸੀਂ ਇੱਕ ਹੋ ਗਏ ਹੋ, ਕਦੇ ਵੀ ਤੁਸੀਂ ਜ਼ਿੰਦਗੀ 'ਚ ਹਾਰੇ ਨਹੀਂ। ਵਿਦਿਆਰਥੀਓ, ਅਸਲ ਦੇ ਵਿੱਚ ਇੱਕ ਪੇਜ ਰਹਿ ਗਿਆ ਸੀ, ਇਹਦੀ ਸਕਰੀਨ ਆਪਾਂ ਸਕੈਨ ਨਹੀਂ ਕਰ ਸਕੇ ਸੀਗੇ, ਕਿਸੇ ਕਾਰਨ ਵਸ਼ ਰਹਿ ਗਿਆ ਸੀ, ਉਹ ਮੈਂ ਪੜ੍ਹਤਾ, ਹੁਣ ਉਹਦੀ ਅਰਥ ਵੀ ਕਰਤੇ ਆ। ਸੋ ਇਸ ਕਵਿਤਾ ਦਾ ਮੋਟਾ ਜਿਹਾ ਭਾਵ ਇਹ ਹੈ ਕਿ ਰਲ ਮਿਲ ਕੇ ਜੇਕਰ ਭਾਰਤੀ ਲੋਕ ਵਿਦੇਸ਼ੀ ਜਰਵਾਣਿਆਂ ਦਾ ਮੂੰਹ ਤੋੜ ਜਵਾਬ ਦਿੰਦੇ ਤਾਂ ਕਦੇ ਵੀ ਭਾਰਤ ਦਾ ਇਤਿਹਾਸ ਇਹ ਨਾ ਹੁੰਦਾ ਜੋ ਵਰਤਮਾਨ ਇਤਿਹਾਸ ਹੈ, ਤੇ ਕਦੇ ਵੀ ਜਰਵਾਣੇ ਸਾਡੇ ਧਨ ਨੂੰ, ਸਾਡੇ ਦੇਸ਼ ਨੂੰ ਲੁੱਟ ਕੇ ਨਾ ਲਿਜਾ ਸਕਦੇ। ਇਹੋ ਭਾਈ ਵੀਰ ਸਿੰਘ ਕਹਿੰਦਾ ਹੈਗਾ। ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਕਵੀ ਦਾ ਜਿਹੜੀ ਇਹ ਕਵਿਤਾ ਹੈਗੀ ਉਹਦਾ ਮੂਲ ਥੀਮ ਕੀ ਹੈ, ਮੂਲ ਉਹਦਾ ਭਾਵ ਕੀ ਹੈ। ਅਟਕ ਦਰਿਆ ਬਾਰੇ। ਅਟਕ ਭਾਈ ਵੀਰ ਸਿੰਘ ਦੀ ਪ੍ਰਸਿੱਧ ਨਜ਼ਮ ਹੈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ। ਅਟਕ ਇੱਕ ਪ੍ਰਸਿੱਧ ਦਰਿਆ ਦਾ ਨਾਂ ਹੈ, ਜਿਹੜਾ ਕਿ ਪੰਜਾਬ ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਇਕੱਠੇ ਸੀਗੇ ਉਦੋਂ ਪੰਜਾਬ ਦੇ ਵਿੱਚ, ਪੱਛਮੀ ਪੰਜਾਬ ਦੇ ਵਿੱਚ ਵਗਦਾ, ਜਿਸ ਨੂੰ ਸਰਲੇਖ ਵਿੱਚ ਤੇ ਅੱਗੇ ਬਿਰਤਾਂਤ ਵਿੱਚ ਵੱਖਰੇ ਅੰਦਾਜ਼ ਵਿੱਚ ਬਿਆਨ ਕਰਕੇ ਜੀਵਨ ਦੀ ਨਿਰੰਤਰ ਗਤੀਸ਼ੀਲਤਾ ਦੀ ਜ਼ਰੂਰਤ ਤੇ ਮਹੱਤਵ ਨੂੰ ਉਜਾਗਰ ਕੀਤਾ। ਕਵੀ ਦੀ ਇਹ ਖਾਸੀਅਤ ਹੈ ਕਿ ਇਸ ਦਰਿਆ ਦੇ ਨਾਮ ਨੂੰ ਲੈ ਕੇ ਉਹਨੇ ਜੀਵਨ ਦੀ ਨਿਰੰਤਰ ਗਤੀਸ਼ੀਲਤਾ ਦੀ ਜ਼ਰੂਰਤ ਤੇ ਮਹੱਤਵ ਨੂੰ ਉਜਾਗਰ ਕੀਤਾ। ਅਟਕ ਦਾ ਭਾਵ ਹੈ ਠਹਿਰਨਾ, ਰੁਕਣਾ ਜਾਂ ਗੈਰ ਗਤੀਸ਼ੀਲ ਹੋਣਾ। ਗਤੀਸ਼ੀਲ ਦੇ ਮੂਹਰੇ ਗੈਰ ਲੱਗ ਗਿਆ, ਗੈਰ ਗਤੀਸ਼ੀਲ ਹੋਣਾ। ਕਵਿਤਾ ਪ੍ਰਸ਼ਨੋਤਰੀ ਕਾਵਿ ਵਿਧੀ ਵਿੱਚ ਲਿਖੀ ਗਈ ਹੈ। ਪ੍ਰਸ਼ਨੋਤਰੀ ਕਾਵਿ ਵਿਧੀ ਹੁੰਦੀ ਹੈ ਕਿ ਵੀ ਇੱਕ ਪ੍ਰਸ਼ਨ ਕੀਤਾ ਗਿਆ, ਪ੍ਰਸ਼ਨੋਤਰੀ ਕਾਵਿ ਵਿਧੀ, ਪਹਿਲਾਂ ਪ੍ਰਸ਼ਨ ਕੀਤਾ ਗਿਆ, ਬਾਅਦ ਵਿੱਚ ਉਹਦਾ ਉੱਤਰ ਦਿੱਤਾ ਗਿਆ। ਇੱਕ ਵਿਅਕਤੀ ਅਟਕ ਨੂੰ ਪਹਿਲਾਂ ਪ੍ਰਸ਼ਨ ਕਰਦਾ ਹੈ। ਪ੍ਰਸ਼ਨ ਇਹ ਹੈ ਕਿ ਦਰਿਆ ਦਾ ਨਾਂ ਤਾਂ ਅਟਕ ਹੈ, ਪਰ ਕਿਸੇ ਨੇ ਕਿਸੇ ਜਰਵਾਣੇ ਭਾਵ ਜ਼ੁਲਮ ਕਰਨ ਵਾਲੇ ਹਮਲਾਵਰ ਧਾੜਵੀ ਨੂੰ ਹਟਕਿਆ, ਰੋਕਿਆ ਜਾਂ ਰੋੜਿਆ ਨਹੀਂ। ਇਸ ਪ੍ਰਸ਼ਨ ਰੂਪੀ ਉਲਾਂਭੇ ਇਲਜ਼ਾਮ ਦਾ ਦਰਿਆ ਬੜੀ ਭਾਵਪੂਰਨਤਾ ਨਾਲ ਤੇ ਖੂਬਸੂਰਤੀ ਦੇ ਨਾਲ ਉੱਤਰ ਦਿੰਦਾ ਹੈ। ਹੁਣ ਉੱਤਰ ਕੀ ਹੈ ਉਹਦਾ? ਦਰਿਆ ਦਾ ਉੱਤਰ ਹੈ ਕਿ ਉਸਦਾ ਨਾਂ ਅਟਕ ਨਹੀਂ, ਅਟਕ ਹੈ। ਭਾਵ ਰੋਕਣਾ ਨਹੀਂ, ਸਗੋਂ ਬਿਨ ਰੁਕੇ ਨਿਰੰਤਰ ਵਹਿਣਾ ਹੈ। ਰੁਕਣਾ ਬੰਦੇ ਦੀ ਫਿਤਰਤ ਹੈ, ਬੰਦਾ ਹੀ ਆਪਣੇ ਗਲਤ ਇਰਾਦਿਆਂ ਕਰਕੇ ਰੁਕਦਾ ਹੈ, ਬੰਦਾ ਹੀ ਆਪਣੇ ਆਪ ਨੂੰ ਉਹਨਾਂ ਜਿਹੜੀਆਂ ਸੰਸਾਰਕ ਜ਼ਿੰਮੇਵਾਰੀਆਂ ਤੋਂ ਭੱਜ ਕੇ ਆਪਣੇ ਆਪ ਨੂੰ ਉਹਨਾਂ ਮਹਿਫਲਾਂ ਦੇ ਵਿੱਚ, ਉਹਨਾਂ ਧਰਮਾਂ ਦੇ ਵਿੱਚ ਜਾਂ ਉਹਨਾਂ ਦੇ
ਰੋਕਾਂ ਦੇ ਵਿੱਚ ਪਾ ਲੈਂਦਾ ਹੈ, ਜਿੱਥੇ ਇਨਸਾਨ ਖੁਦ ਹਮਲਾਵਰਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਰੁਕਣਾ ਤਾਂ ਬੰਦੇ ਦੀ ਕਹਿੰਦਾ ਫਿਤਰਤ ਹੈ। ਇਹ ਦਰਿਆ ਅਟਕ ਕਹਿ ਰਿਹਾ, ਜ਼ਿੰਦਗੀ ਦਰਿਆ ਵਾਂਗ ਹਮੇਸ਼ਾ ਗਤੀਮਾਨ ਹੋਣੀ ਵਿੱਚ ਹੀ ਹੈ। ਜ਼ਿੰਦਗੀ 'ਚ ਕਹਿੰਦਾ ਕਿ ਮਜ਼ਾ ਹੀ ਤਾਂ ਹੈ ਜੇਕਰ ਲਗਾਤਾਰ ਤੁਰੀ ਜਾਵੇ, ਹਮੇਸ਼ਾ ਤੁਰਨਾ ਹੀ ਨਾ ਜ਼ਿੰਦਗੀ ਦਾ, ਰੁਕਣਾ ਤਾਂ ਗਲਤ ਗੱਲ ਹੈ। ਜੋ ਗਤੀਮਾਨ ਰਹਿੰਦੇ ਹਨ ਉਹੀ ਮੰਜ਼ਿਲਾਂ ਪਾਉਂਦੇ ਆ। ਬਿਲਕੁਲ, ਇਹ ਤਾਂ ਜ਼ਿੰਦਗੀ ਦਾ ਇੱਕ ਤੱਥ ਹੈ। ਜਿਹੜੇ ਲੋਕ ਹਮੇਸ਼ਾ ਮਿਹਨਤ ਕਰਦੇ ਆ ਉਹੀ ਆਪਣੀ ਮੰਜ਼ਿਲ ਪ੍ਰਾਪਤ ਕਰਦੇ ਆ। ਰੋਕ ਰੁਕਾਵਟ ਦੇ ਪ੍ਰਸੰਗ ਵਿੱਚ ਦਰਿਆ ਦਾ ਉੱਤਰ ਹੈ ਕਿ ਲੋਕ, ਭਾਵ ਪੰਜਾਬੀ ਲੋਕ, ਹਿੰਮਤ ਨਾਲ ਰੋਕਦੇ ਤਾਂ ਉਹ ਵੀ ਰੁਕਾਵਟਾਂ ਪਾਉਣ ਵਿੱਚ ਮਦਦ ਕਰਦਾ। ਜੇਕਰ ਤੁਸੀਂ ਥੋੜੀ ਜਿਹੀ ਹਿੰਮਤ ਕਰਦੇ ਤਾਂ ਮੈਂ ਵੀ ਅੱਗੇ ਰੁਕਾਵਟਾਂ ਖੜੀਆਂ ਕਰਦਾ। ਇਹ ਲੋਕ ਤਾਂ ਸੁੱਤੇ ਰਹੇ, ਉਹ ਕਿਵੇਂ ਹਮਲਾਵਰਾਂ ਨੂੰ ਰੋਕਦਾ। ਕਵਿਤਾ ਦਾ ਮੂਲ ਸਾਰ ਤੇ ਸੰਦੇਸ਼ ਜ਼ਿੰਦਗੀ ਦੀ ਲਗਾਤਾਰ ਗਤੀਸ਼ੀਲਤਾ ਦੇ ਮੈਟਾਫਰ ਦੀ ਸਿਰਜਣਾ ਹੈ। ਦਰਿਆ ਦਾ ਹਮੇਸ਼ਾ ਵਹਿੰਦੇ ਰਹਿਣਾ ਇੱਕ ਖੂਬਸੂਰਤ ਮੈਟਾਫਰ ਹੈ। ਆਪਣੀ ਬੇਹੱਦ ਕਾਰਗਰ ਜੁਗਤ ਪ੍ਰਕਿਰਤੀ ਦੇ ਮਾਨਵੀਕਰਨ ਰਾਹੀਂ ਭਾਈ ਵੀਰ ਸਿੰਘ ਨੇ ਦਰਿਆ ਦੇ ਮੂੰਹੋਂ ਜਵਾਬ ਦਵਾ ਕੇ ਸਾਨੂੰ ਜੀਵਨ ਸੋਝੀ ਪ੍ਰਦਾਨ ਕੀਤੀ ਹੈ। ਦਰਿਆ ਦਾ ਸੁਨੇਹਾ ਬੇਹੱਦ ਮੁੱਲਵਾਨ ਹੈ ਕਿ ਜੀਵਨ ਦਾ ਸੱਚ ਨਿਰੰਤਰ ਤੁਰੇ ਰਹਿਣ ਵਿੱਚ ਹੈ, ਤੇ ਇਸ ਤੋਰ ਨੂੰ ਸਾਨੂੰ ਲਗਾਤਾਰ ਸਹਿਜ ਸੁਚੱਜੀ ਚੇਤਨਾ, ਅਕਲਮੰਦ ਤੇ ਭਰੋਸੇ ਭਰੇ ਅਕੀਦੇ, ਆਪਸੀ ਮਿਲਾਪ ਤੇ ਸਾਂਝ ਨਾਲ ਚਲਾਉਣਾ ਬਣਦਾ ਹੈ। ਇਸ ਤਰ੍ਹਾਂ ਸਾਡਾ ਕੋਈ ਸਾਹਮਣਾ ਜਾਂ ਮੁਕਾਬਲਾ ਨਹੀਂ ਕਰ ਸਕਦਾ। ਪ੍ਰਸ਼ਨ ਦੇਖੋ ਕਿਹੜੇ ਕਿਹੜੇ ਆ। ਕਵੀ ਅਨੁਸਾਰ ਅਟਕ ਤੋਂ ਕੀ ਭਾਵ ਹੈ? ਪਹਿਲਾਂ ਕਵੀ ਕਹਿੰਦਾ ਵੀ ਅਟਕ ਕਿਸੇ ਨੂੰ ਰੋਕਣ ਵਾਲਾ ਹੋਣਾ ਚਾਹੀਦਾ, ਕੋਈ ਕਿਸੇ ਨੂੰ ਰੋਕ ਸਕੇ। ਦਰਿਆ ਦੇ ਬਾਰੇ ਅਟਕ ਕਹਿੰਦਾ, ਕਵੀ ਦਰਿਆ ਅਟਕ ਦੀ ਡੈਫੀਨੇਸ਼ਨ ਦਿੰਦਾ, ਕਹਿੰਦਾ ਅਟਕ ਕਿਸੇ ਨੂੰ ਰੋਕਣ ਵਾਲਾ। ਇਸ ਨਜ਼ਮ ਦੀ ਕਾਵਿ ਵਿਧੀ ਕਿਹੜੀ ਹੈ? ਇਸ ਨਜ਼ਮ ਦੀ ਵਿਦਿਆਰਥੀਓ ਕਾਵਿ ਵਿਧੀ ਪ੍ਰਸ਼ਨ ਉੱਤਰੀ ਹੈ। ਇੱਕ ਪ੍ਰਸ਼ਨ ਕੀਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਦਾ ਹੀ ਆਨਸਰ ਦਿੱਤਾ ਜਾਂਦਾ ਕਵੀ ਦੁਆਰਾ। ਜਿਹੜੀ ਅਟਕ ਦਰਿਆ ਦੀ ਗੱਲ ਕਰਦਾ ਹੈ, ਅਟਕ ਦਰਿਆ ਦਾ ਮਾਨਵੀਕਰਨ ਕਰਕੇ ਉਹ ਤੋਂ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਲੈਂਦਾ ਹੈ। ਪ੍ਰਸ਼ਨ ਉੱਤਰੀ ਵਿਧੀ ਦੇ ਰਾਹੀਂ ਇਸ ਕਵਿਤਾ ਨੂੰ, ਇਸ ਨਜ਼ਮ ਨੂੰ ਲਿਖਿਆ ਭਾਈ ਵੀਰ ਸਿੰਘ ਨੇ। ਅਟਕ ਨਜ਼ਮ ਰਾਹੀਂ ਕਵੀ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਅਟਕ ਨਜ਼ਮ ਰਾਹੀਂ ਕਵੀ ਇੱਕੋ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਸਾਡਾ ਜਿਹੜੇ ਪੰਜਾਬੀ ਲੋਕ ਹੈ, ਜੇਕਰ ਜਾਤੀਵਾਦ ਤੋਂ, ਧਰਮ ਤੋਂ ਉੱਪਰ ਉੱਠ ਕੇ ਵਿਦੇਸ਼ੀ ਜਰਗਾਣਿਆਂ ਦਾ ਹਿੰਮਤ ਦੇ ਨਾਲ ਮੁਕਾਬਲਾ ਕਰਦੇ ਤਾਂ ਉਹ ਵਿਦੇਸ਼ੀ ਜਰਗਾਣਿਆਂ ਨੂੰ ਦਰਿਆ ਤੋਂ ਪਰਾਂ ਹੀ ਰੋਕ ਸਕਦੇ ਸੀਗੇ ਤੇ ਉਹਨਾਂ ਦਾ ਮੂੰਹ ਭੰਨ ਸਕਦੇ ਸੀ। ਭਾਰਤ ਦਾ ਇਤਿਹਾਸ ਹੀ ਕੁਝ ਹੋਰ ਹੋਣਾ ਸੀ। ਕਵੀ ਨੇ ਜੀਵਨ ਦੀ ਸਫਲਤਾ ਦੇ ਕੀ ਗੁਰ ਦੱਸਿਆ? ਕਵੀ ਕਹਿੰਦਾ ਵੀ ਹਮੇਸ਼ਾ ਅੱਗੇ ਵਧੋ, ਹਮੇਸ਼ਾ ਗਤੀਸ਼ੀਲ ਰਹੋ, ਹਮੇਸ਼ਾ ਮਿਹਨਤ ਕਰੋ। ਮਿਹਨਤ ਕਰਨਾ, ਗਤੀਸ਼ੀਲ ਰਹਿਣਾ, ਅੱਗੇ ਵਧਣਾ ਅਸਲ ਦੇ ਵਿੱਚ ਤੁਹਾਨੂੰ ਆਪਣੀ ਮੰਜ਼ਿਲ ਤੱਕ ਲੈ ਜਾਵੇਗਾ। ਇਹੋ ਹੀ ਜ਼ਿੰਦਗੀ ਨੂੰ ਜਿਉਣ ਦੇ ਗੁਰ ਹੈ। ਇਸ ਨਜ਼ਮ ਦੀ ਕਾਵਿ ਭਾਸ਼ਾ ਦੀ ਵੱਖਰਤਾ ਦੱਸੋ। ਵਿਦਿਆਰਥੀਓ, ਇਸ ਨਜ਼ਮ ਦੇ ਵਿੱਚ ਕਵੀ ਨੇ ਲਹਿੰਦੀ ਪੰਜਾਬੀ ਦੀ ਵਰਤੋਂ ਕੀਤੀ ਹੈ। ਕੁਝ ਸ਼ਬਦ ਇਹ ਜਿਹੇ ਆਏ ਹੈ ਔਰ ਕਵੀ ਪੱਛਮੀ ਜਿਹੜਾ ਪੰਜਾਬ ਹੈਗਾ ਉਹਦੀ ਜਿਹੜੀ ਲੋਕਲ ਬੋਲੀ ਹੈ ਉਹਦੇ ਵਿੱਚੋਂ ਕੁਝ ਸ਼ਬਦ ਲੈ ਕੇ ਆਪਣੀ ਨਜ਼ਮ ਨੂੰ ਸਿਰੇ ਲਾਇਆ, ਚੜਾਇਆ। ਪ੍ਰਸੰਗ ਸਹਿਤ ਵਿਆਖਿਆ ਕਰੋ। ਇਹ ਤਾਂ ਵਿਦਿਆਰਥੀ ਆਪਾਂ ਪਹਿਲਾਂ ਸਾਰੀ ਕਰ ਚੁੱਕੇ ਹਾਂ। ਇਸ ਦੇ ਨਾਲ ਹੀ ਅਸੀਂ ਇਸ ਕਵਿਤਾ ਦੇ ਅਰਥਾਂ ਦੀ ਗੱਲ ਕਰ ਚੁੱਕੇ ਹਾਂ, ਪ੍ਰਸ਼ਨਾਂ ਦੀ ਵੀ ਗੱਲ ਕਰ ਚੁੱਕੇ। ਆਉਣ ਵਾਲੇ ਲੈਕਚਰਾਂ ਦੇ ਵਿੱਚ ਆਪਾਂ ਰਹਿੰਦੇ ਜਿਹੜੇ ਪੰਜਾਬੀ ਦੀਆਂ ਕਵਿਤਾਵਾਂ ਤੁਹਾਡੀਆਂ ਇਸ ਪਾਠ ਪੁਸਤਕ ਦੀਆਂ ਉਹਨਾਂ ਦੀ ਚਰਚਾ ਕਰਾਂਗੇ, ਉਹਨਾਂ ਦੇ ਸਰਲ ਅਰਥ ਕਰਾਂਗੇ, ਵਿਆਖਿਆ ਕਰਾਂਗੇ। ਤੁਸੀਂ ਧਿਆਨ ਦੇ ਨਾਲ ਇਸ ਕਵਿਤਾ ਨੂੰ ਚੰਗੀ ਤਰ੍ਹਾਂ ਕਰ ਲਿਓ ਤਾਂ ਕਿ ਫਾਈਨਲ ਐਗਜ਼ਾਮ ਦੀ ਤੁਸੀਂ ਸਹੀ ਢੰਗ ਨਾਲ ਤਿਆਰੀ ਕਰ ਸਕੋ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ।